10ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ, ਅੱਜ 2 ਅਗਸਤ 2021 ਨੂੰ ਤੁਹਾਡਾ ਨੈਸ਼ਨਲ ਅਚੀਵਮੈਂਟ ਸਰਵੇ ਨੈਸ ਦਾ ਟੈਸਟ 1 ਮੌਕ ਟੈਸਟ 1 ਲਿਆ ਗਿਆ ਹੈ। ਨੈਸ ਮੌਕ ਟੈਸਟ 1 ਦੇ ਵਿੱਚ ਤੁਹਾਡੇ ਕੋਲ ਟੋਟਲ 30 ਕੁਐਸਚਨ ਪੁੱਛੇ ਗਏ ਨੇ, ਜਿਹਦੇ ਵਿੱਚ 6 ਸਬਜੈਕਟਸ ਤੇ 5 ਕੁਐਸਚਨ ਨੇ। ਮੈਂ ਤੁਹਾਨੂੰ ਮੈਥ ਵਿਸ਼ੇ ਦੇ ਕੁਐਸਚਨ ਸਮਝਾ ਕੇ ਭੇਜ ਰਿਹਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਕਿੰਨੇ ਕੁਐਸਚਨ ਸਹੀ ਸੀਗੇ ਤੇ ਕਿਹੜੇ ਕੁਐਸਚਨ ਤੁਹਾਡੇ ਗਲਤ ਹੋ ਗਏ ਨੇ। ਤੇ ਬਾਕੀ ਸਬਜੈਕਟਸ ਦੇ ਵੀ ਆਨਸਰ ਤੁਹਾਨੂੰ ਇਹਦੇ ਵਿੱਚ ਦੱਸੇ ਜਾਣਗੇ, ਪਰ ਸਮਝਾਏ ਸਿਰਫ ਮੈਥ ਦੇ ਹੀ ਜਾਣਗੇ। ਬੇਟਾ ਧਿਆਨ ਨਾਲ ਦੇਖਿਓ। ਪਹਿਲਾ ਕੁਐਸਚਨ ਸਾਡੇ ਕੋਲ ਆ ਗਿਆ ਹੈ, 7/80 ਦਾ ਦਸ਼ਮਲਵ ਨਿਰੂਪਣ ਕਿੰਨੇ ਅੰਕ ਤੇ ਸਮਾਪਤ ਹੋਊਗਾ। ਤੁਹਾਨੂੰ ਯਾਦ ਹੋਏਗਾ 10ਵੀਂ ਕਲਾਸ ਦੀ ਜਿਹੜੀ ਸਾਡੇ ਕੋਲ ਸ਼ੀਟਾਂ ਆਈਆਂ ਨੇ, ਅਸਾਈਨਮੈਂਟ ਸ਼ੀਟ, ਉਹਦੇ ਵਿੱਚੋਂ ਹੀ ਇਹ ਕੁਐਸਚਨ ਲਿਆ ਗਿਆ ਹੈ। ਪਹਿਲੀ 8 ਅਸਾਈਨਮੈਂਟ ਦੇ ਵਿੱਚੋਂ ਹੀ ਇੱਕ ਕੁਐਸਚਨ ਹੈਗਾ, 7/80 ਦਾ ਦਸ਼ਮਲਵ ਨਿਰੂਪਣ ਕਿੰਨੇ ਅੰਕ ਤੇ ਸਮਾਪਤ ਹੋਵੇਗਾ। ਦ ਡੈਸੀਮਲ ਐਕਸਪੈਂਸ਼ਨ ਆਫ 7/80 ਵਿਲ ਟਰਮੀਨੇਟ ਆਫਟਰ ਹਾਊ ਮੈਨੀ ਡੈਸੀਮਲ ਪਲੇਸਿਸ। ਕਿੱਦਾਂ ਕਰਨਾ ਦੇਖੋ। ਪਹਿਲਾ ਕੁਐਸਚਨ 7/80, ਜਦੋਂ ਵੀ ਕੁਐਸਚਨ ਆਏਗਾ ਇਸ ਤਰ੍ਹਾਂ ਦਾ, ਤੁਸੀਂ ਕੀ ਕਰਨਾ ਹੈ, ਉਹਦੇ ਨੀਚੇ ਵਾਲੇ ਜੋ ਹਰ ਹੈ ਉਹਦੇ ਗੁਣਨਖੰਡ ਬਣਾਉਣੇ ਹੈ ਬੇਟਾ। 80 ਦੇ 80 ਨੂੰ 2 ਦੇ ਪਹਾੜੇ ਤੇ ਕਦੋਂ ਜਾਏਗਾ, 40 ਤੇ, ਹੈ ਨਾ। ਫਿਰ 2 ਨਾਲ ਕੀਤਾ, ਅੱਧਾ ਕਰਕੇ 20 ਆ ਗਿਆ। ਗੁਣਨਖੰਡ ਬਣਾਉਣੇ ਤੁਹਾਨੂੰ ਆਉਂਦੇ ਨੇ। ਫਿਰ 2 ਨਾਲ 10 ਆ ਗਿਆ, ਫਿਰ 2 ਨਾਲ 5 ਆ ਗਿਆ, ਫਿਰ 5 ਨਾਲ 1 ਆ ਗਿਆ। ਇਹਦਾ ਮਤਲਬ ਕੀ ਹੋਇਆ ਕਿ 7/80 ਦੇ ਜਿਹੜੇ ਗੁਣਨਖੰਡ ਨੇ ਉਹ 2 ਦੀ ਘਾਤ 4 ਤੇ 5 ਦੀ ਘਾਤ 1 ਆਵੇਗਾ। ਹੁਣ ਜਦੋਂ ਅਸੀਂ ਇਸ ਕੁਐਸਚਨ ਨੂੰ ਇਸ ਫਾਰਮੈਟ ਦੇ ਵਿੱਚ ਚੇਂਜ ਕਰ ਲਿਆ ਬੇਟਾ, ਉਹਦੇ ਹਰ ਦੇ ਗੁਣਨਖੰਡ ਬਣਾ ਕੇ ਉਹਨੂੰ ਘਾਤਾਂਕੀ ਰੂਪ ਦੇ ਵਿੱਚ ਲਿਖਿਆ ਹੈ, ਉਹਨੂੰ ਐਕਸਪੋਨੈਂਟ ਪਾਵਰ ਦੇ ਰੂਪ ਦੇ ਵਿੱਚ ਲਿਖ ਲਿਆ ਹੈ, ਤਾਂ ਵੱਡੀ ਪਾਵਰ ਸਾਡਾ ਆਨਸਰ ਹੁੰਦਾ ਹੈ ਬੇਟਾ। ਯਾਦ ਰੱਖਣਾ ਹੈ, ਜਿਹੜੀ ਵੱਡੀ ਪਾਵਰ ਹੋਏਗੀ 4, ਤਾਂ ਸਾਡਾ ਆਨਸਰ ਵੀ ਕੀ ਹੋਏਗਾ, 4, ਮਤਲਬ ਆਪਸ਼ਨ ਡੀ। ਤੇ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਏਗਾ ਪਹਿਲਾ ਕੁਐਸਚਨ। ਹੁਣ ਦੂਜਾ ਕੁਐਸਚਨ ਕਰਨ ਲੱਗੇ ਹਾਂ, ਧਿਆਨ ਨਾਲ ਦੇਖਿਓ। 100 ਸੰਖਿਆਵਾਂ ਦਾ ਮੱਧਮਾਨ 50 ਹੈ। ਬਾਅਦ ਵਿੱਚ ਪਤਾ ਲੱਗਾ ਕਿ 150 ਨੂੰ ਗਲਤੀ ਨਾਲ 50 ਲਿਖਿਆ ਗਿਆ ਹੈ, ਤਾਂ ਮੱਧਮਾਨ ਸਹੀ ਕੀ ਹੋਵੇਗਾ। ਇਹ ਵੀ ਕੁਐਸਚਨ ਬੇਟਾ ਸੇਮ ਤੁਹਾਡੀ ਅਸਾਈਨਮੈਂਟ ਸ਼ੀਟ ਦੇ ਵਿੱਚੋਂ ਹੀ ਲਿਆ ਗਿਆ ਹੈ, ਤੇ ਉਸ ਅਸਾਈਨਮੈਂਟ ਸ਼ੀਟ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਮੈਂ ਸਮਝਾ ਚੁੱਕਾ ਹਾਂ। ਇਹ ਕੁਐਸਚਨ ਤੁਹਾਨੂੰ ਸਮਝ ਵੀ ਆ ਗਿਆ ਹੋਏਗਾ। ਕਿੱਦਾਂ ਕਰਨਾ ਹੈ ਦੇਖੋ, 100 ਨੂੰ 50 ਨਾਲ ਗੁਣਾ ਕਰਨਾ ਹੁੰਦਾ ਹੈ, ਧਿਆਨ ਨਾਲ ਸਮਝਣਾ ਹੈ। ਸੰਖਿਆਵਾਂ ਨੂੰ ਮੱਧਮਾਨ ਨਾਲ ਗੁਣਾ ਕਰਨਾ ਹੁੰਦਾ ਹੈ, ਜਮਾ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀਗੀ 150 ਉਹ ਲਿਖਣੀ ਹੈ, ਤੇ ਜਿਹੜੀ ਚੀਜ਼ ਤੁਸੀਂ ਗਲਤੀ ਨਾਲ ਲਿਖੀ ਗਈ ਹੈ ਉਸਨੂੰ ਘਟਾਉਣਾ ਹੈ। ਯਾਦ ਰੱਖੋ, ਸਭ ਤੋਂ ਪਹਿਲਾਂ ਅਸੀਂ ਸਾਰੇ ਆંકੜੇ ਜਿੰਨੇ ਵੀ ਦਿੱਤੇ ਗਏ ਨੇ ਉਸਨੂੰ ਮੱਧਮਾਨ ਨਾਲ ਗੁਣਾ ਕਰਨਾ ਹੈ। ਆંકੜੇ ਹੈਗੇ 100, ਮੱਧਮਾਨ ਹੈਗਾ 50। ਇੱਥੇ ਚੇਂਜ ਵੀ ਹੋ ਸਕਦਾ ਹੈ। ਤੁਸੀਂ ਆંકੜਿਆਂ ਨੂੰ ਮੱਧਮਾਨ ਨਾਲ ਗੁਣਾ ਕਰਨਾ ਹੁੰਦਾ ਹੈ, ਫਿਰ ਜਿਹੜੀ ਰਕਮ ਹੁੰਦੀ ਹੈ ਸਹੀ ਉਹਨੂੰ ਪਲੱਸ ਨਾਲ, ਤੇ ਜਿਹੜੀ ਗਲਤੀ ਨਾਲ ਲਿਖੀ ਗਈ ਉਸਨੂੰ ਮਾਈਨਸ ਨਾਲ ਲਿਖ ਕੇ ਥੱਲੇ ਜਿੰਨੇ ਆંકੜੇ ਸੀਗੇ ਉਹਦੇ ਨਾਲ ਭਾਗ ਕਰਨੀ ਹੁੰਦੀ ਹੈ। ਤੇ ਇਹ ਕਿੰਨਾ ਆ ਗਿਆ ਦੇਖੋ, 5000 ਜਮਾ 150 ਦੇ ਵਿੱਚੋਂ 50 ਘਟਾਏ 100/100, ਤੇ ਇਹ ਆ ਗਿਆ 5100/100। ਤੇ ਤੁਹਾਡਾ ਆਨਸਰ ਆ ਗਿਆ 51। ਤੇ ਤੁਹਾਡਾ ਆਪਸ਼ਨ ਕਿੰਨਾ ਆ ਗਿਆ ਬੇਟਾ ਜੀ, ਦੇਖੋ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਦੂਜਾ ਕੁਐਸਚਨ ਕਿਸ ਤਰੀਕੇ ਨਾਲ ਕੀਤਾ ਹੈ। ਹੁਣ ਆਪਾਂ ਤੀਜੇ ਕੁਐਸਚਨ ਵੱਲ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ। ਹੁਣ ਇਹ ਧਿਆਨ ਨਾਲ ਸਮਝਣਾ ਬੇਟਾ ਸਾਰਿਆਂ ਨੇ। ਸਭ ਤੋਂ ਪਹਿਲਾਂ ਬੇਟਾ ਜਿਹੜੇ ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦੀ ਹੈ, ਯਾਦ ਰੱਖਣਾ ਹੈ, ਉਹ ਆਉਂਦੀ ਹੈ ਪ੍ਰਾਕ੍ਰਿਤਿਕ ਸੰਖਿਆ। ਉਸ ਤੋਂ ਬਾਅਦ ਆਉਂਦੀ ਹੈ ਪੂਰਨ, ਫਿਰ ਸੰਪੂਰਨ, ਤੇ ਫਿਰ ਪਰਿਮੇਯ, ਤੇ ਫਿਰ ਵਾਸਤਵਿਕ। ਇੰਗਲਿਸ਼ ਵਾਲੇ ਬੱਚਿਆਂ ਲਈ ਨੈਚੁਰਲ, ਹੋਲ ਨੰਬਰਸ, ਇੰਟੀਜਰਸ, ਰੈਸ਼ਨਲ ਤੇ ਰੀਅਲ। ਹੁਣ ਬਸ ਯਾਦ ਕਰਾਉਣ ਵਾਲੀ ਗੱਲ ਕੀ ਹੈ ਬੇਟਾ, ਜੇ ਉੱਪਰੋਂ ਥੱਲੇ ਆ ਰਹੇ ਹੋ ਤਾਂ ਟਰੂ, ਜੇ ਥੱਲਿਓਂ ਉੱਪਰ ਜਾ ਰਹੇ ਹੋ ਤਾਂ ਫਾਲਸ। ਬਸ ਇੰਨਾ ਯਾਦ ਰੱਖਣਾ। ਜੇ ਉੱਪਰੋਂ ਥੱਲੇ ਆ ਰਹੇ ਹੋ ਤਾਂ ਸਹੀ, ਥੱਲਿਓਂ ਉੱਪਰ ਤਾਂ ਗਲਤ। ਹੁਣ ਤੁਸੀਂ ਬਸ ਇਹ ਦੇਖਣਾ ਕਿ ਤੁਸੀਂ ਉੱਪਰੋਂ ਥੱਲੇ ਆ ਰਹੇ ਹੋ ਜਾਂ ਥੱਲਿਓਂ ਉੱਪਰ ਜਾ ਰਹੇ ਹੋ। ਕਰੀਏ ਸਟਾਰਟ, ਧਿਆਨ ਦੇਖਣਾ ਸਾਰਿਆਂ ਨੇ। ਦੇਖੋ, ਪ੍ਰਾਕ੍ਰਿਤਿਕ ਪਰਿਮੇਯ ਸੰਖਿਆ ਇੱਕ ਸੰਪੂਰਨ ਸੰਖਿਆ ਹੁੰਦੀ ਹੈ। ਪਰਿਮੇਯ ਕੀ ਬਣ ਗਈ, ਸੰਪੂਰਨ। ਦੇਖੋ ਪਰਿਮੇਯ ਉੱਪਰ ਚਲੀ ਗਈ ਸੰਪੂਰਨ ਲਈ, ਗਲਤ, ਪਹਿਲਾਂ ਹੀ ਗਲਤ ਹੈ ਬੇਟਾ ਜੀ। ਅੱਗੇ ਜਾਣ ਦੀ ਲੋੜ ਹੀ ਨਹੀਂ ਪਈ ਸਾਨੂੰ, ਚੈੱਕ ਕਰ ਲੈਂਦੇ।
प्राकृतिक बन गया पूरन, प्राकृतिक थल्ले आ रहा पूरन कोल, सही है। संपूर्ण परिमेय, संपूर्ण थल्ले आ रहा परिमेय कोल, सही है। परिमेय वास्तविक थल्ले आ रहा है, सही है। समझ लग गई। ਜਦੋਂ ਤੁਸੀਂ ਪਹਿਲੀ ਰਕਮ ਤੋਂ ਬਾਅਦ ਦੂਜੀ ਰਕਮ ਜਾਣ ਲਈ ਉੱਪਰ ਜਾਣਾ ਪਵੇ ਤਾਂ ਗਲਤ ਹੁੰਦਾ ਹੈ। ਚੌਥਾ ਕੁਐਸਚਨ ਬੇਟਾ, ਤੇ ਇਹਦੇ ਵਿੱਚ ਸਾਡਾ ਆਪਸ਼ਨ ਏ ਆ ਗਿਆ ਹੈ ਬੇਟਾ। ਉਮੀਦ ਹੈ ਸਮਝ ਆਇਆ ਹੋਵੇਗਾ। ਜੇਕਰ ਪ੍ਰੇਖਣ 19 24 27 28 x ਜਮਾ 2 35 38 42 43 ਵੱਧਦੇ ਕ੍ਰਮ ਵਿੱਚ ਪਹਿਲੇ ਹੀ ਲਿਖੇ ਗਏ ਹਨ। ਦੇਖੋ ਇਹ ਰਕਮ ਪਹਿਲਾਂ ਤੋਂ ਹੀ ਵੱਧਦੇ ਕ੍ਰਮ ਵਿੱਚ ਲਿਖੀ ਗਈ ਹੈ, ਇਸ ਕਰਕੇ ਮੈਂ ਸੇਮ ਹੀ ਉਤਾਰ ਰਿਹਾ ਹਾਂ। x ਜਮਾ 2 35 38 42 ਤੇ 43। ਹੁਣ ਤੁਹਾਨੂੰ ਤਾਂ ਦੱਸਿਆ ਹੀ ਸੀਗਾ ਕਿ ਬੇਟਾ ਜਿਹੜੇ ਮੱਧਿਕਾ ਹੁੰਦਾ ਹੈ, ਮੱਧਿਕਾ ਕਿੱਦਾਂ ਕੱਢਦੇ ਆ, ਪਹਿਲੀ ਨਾਲ ਪਹਿਲੀ, ਪਿੱਛੋਂ ਪਹਿਲੀ ਕੱਢਦੇ ਆ, ਦੂਜੀ ਨਾਲ ਦੂਜੀ ਰਕਮ ਕੱਢਦੇ ਆ, ਤੀਜੀ ਨਾਲ ਤੀਜੀ, ਚੌਥੀ ਨਾਲ ਚੌਥੀ, ਤੇ ਜਿਹੜੀ ਜੇ ਇੱਕੋ ਹੀ ਰਕਮ ਬਚ ਗਈ ਤਾਂ ਉਹੀ ਤੁਹਾਡੀ ਮੱਧਿਕਾ ਹੁੰਦੀ ਹੈ। ਤੇ x ਜਮਾ 2 ਤੁਹਾਡੀ ਆ ਗਈ ਹੈ ਮੱਧਿਕਾ, ਜੋ ਕਿਹਦੇ ਬਰਾਬਰ ਦਿੱਤੀ ਗਈ ਹੈ, ਦੇਖੋ 31 ਦੇ ਬਰਾਬਰ। ਉਹਨੇ ਕਿਹਾ ਮੱਧਿਕਾ ਦਾ ਮੁੱਲ 31 ਹੈ। ਦੇਖੋ ਮੱਧਿਕਾ 31 ਹੈ, ਇਹਦਾ ਮਤਲਬ x ਬਰਾਬਰ ਹੈ 31 ਮਾਈਨਸ 2, ਤਾਂ x ਆ ਗਿਆ ਤੁਹਾਡੇ ਕੋਲ 29, ਤੇ ਤੁਹਾਡੇ ਕੋਲ ਆਪਸ਼ਨ ਕੀ ਆ ਗਿਆ ਜੀ, ਸੀ ਆਪਸ਼ਨ। ਤੇ ਉਮੀਦ ਹੈ ਤੁਹਾਨੂੰ ਚੌਥਾ ਕੁਐਸਚਨ ਵੀ ਸਮਝ ਆਏਗਾ। ਪੰਜਵਾਂ ਕੁਐਸਚਨ ਦੇਖਦੇ ਹਾਂ। ਇੱਕ ਗੈਰ ਸ਼ਿਫਰ ਪਰਿਮੇय ਸੰਖਿਆ, ਬੇਟਾ ਗੈਰ ਸ਼ਿਫਰ ਮਤਲਬ ਜ਼ੀਰੋ ਨੂੰ ਨਹੀਂ ਲੈਣਾ, ਕੁਝ ਵੀ ਲੈ ਸਕਦੇ ਹੋ, ਜ਼ੀਰੋ ਨੂੰ ਛੱਡ ਕੇ ਇੱਕ ਪਰਿਮੇय ਤੇ ਇੱਕ ਅਪਰਿਮੇय ਸੰਖਿਆ ਦਾ ਗੁਣਨਫਲ ਹਮੇਸ਼ਾ ਅਪਰਿਮੇय ਹੀ ਹੁੰਦਾ ਹੈ। ਇਹ ਤਾਂ ਸਾਨੂੰ ਕਰਕੇ ਦੇਖਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਜੇ ਕਿਸੇ ਵੀ ਦੋ ਨੂੰ ਅਸੀਂ ਵਰਗਮੂਲ 2 ਨਾਲ ਗੁਣਾ ਕਰਾਂਗੇ ਤਾਂ ਇਹੀ ਆਨਸਰ ਆਉਂਦਾ ਅਪਰਿਮੇय। ਤੇ ਪਹਿਲੇ 5 ਸਵਾਲ ਸਾਡੇ ਹੋ ਚੁੱਕੇ ਨੇ ਬੇਟਾ, ਜਿਹੜੇ ਕਿ ਮੈਥ ਵਿਸ਼ੇ ਨਾਲ ਲਿੰਕ ਸੀਗੇ, ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝਾਏ ਗਏ ਨੇ। ਇਸ ਤੋਂ ਬਾਅਦ ਵਾਲੇ ਸਵਾਲਾਂ ਦਾ ਆਨਸਰ ਵੀ ਤੁਹਾਨੂੰ ਦੇ ਦਿੱਤਾ ਜਾਏਗਾ ਇਸ ਵੀਡੀਓ ਦੇ ਵਿੱਚ, ਧਿਆਨ ਨਾਲ ਦੇਖਿਓ। 6ਵੇਂ ਕੁਐਸਚਨ ਦੇ ਵਿੱਚ ਕਹਿੰਦਾ ਹੈ ਕਿ ਜੇਕਰ ਕੋਈ ਪ੍ਰਕਾਸ਼ ਕਿਰਨ ਸਮਤਲ ਦਰਪਣ ਉੱਪਰ ਲੰਬਵਤ ਟਕਰਾਉਂਦੀ ਹੈ ਤਾਂ ਉਸ ਦਾ ਪਰਾਵਰਤਨ ਕੋਣ ਕੀ ਹੋਵੇਗਾ? 0 ਡਿਗਰੀ ਬੇਟਾ। 7ਵੇਂ ਕੁਐਸਚਨ ਦਾ ਆਨਸਰ ਤੁਹਾਡਾ ਆਏਗਾ ਬੀ ਆਪਸ਼ਨ। 8ਵੇਂ ਕੁਐਸਚਨ ਦਾ ਆਨਸਰ ਤੁਹਾਡਾ ਹੈਗਾ ਸੀ। 9ਵਾਂ ਕੁਐਸਚਨ, ਇਸ ਦਾ ਆਨਸਰ ਤੁਹਾਡਾ ਹੋਏਗਾ ਟੈਂਪਰੇਚਰ ਏ। 10ਵੇਂ ਕੁਐਸਚਨ ਦਾ ਆਨਸਰ ਤੁਸੀਂ ਦੇਖਣਾ ਹੈ ਬੀ ਹੋਏਗਾ। 11ਵੇਂ ਦਾ ਆਨਸਰ बी। 12वें क्वेश्चन का आंसर है तुहाडा ए पर्बती बनस्पति। 13वें क्वेश्चन का आंसर ए होएगा। 14वां तुहाडे कोल जिहड़ा भारत का नक्शा है इस दे उत्ते 14वें क्वेश्चन का आंसर तुहाडा होएगा बी। 15वां क्वेश्चन है स्थानक जलवायु वाला, इहदा आंसर है तुहाडा ए। 16वां क्वेश्चन जिहड़ा है इंग्लिश ਦਾ एक पैराग्राफ है, ਤੁਹਾਨੂੰ ਉਹਨੂੰ ਰੀਡ ਕਰਨ ਤੋਂ ਬਾਅਦ 16ਵੇਂ ਦੇ ਪਹਿਲੇ क्वेश्चन ਦਾ ਆਨਸਰ ਹੈ ਬੀ। 17ਵਾਂ क्वेश्चन है जिस ਦਾ आंसर ਤੁਹਾਡਾ ਹੋਵੇਗਾ ਡੀ। 18ਵੇਂ ਦਾ ਵੀ ਡੀ। 19ਵੇਂ ਦਾ ਵੀ ਡੀ। 20ਵਾਂ क्वेश्चन जिस ਦਾ आंसर ਹੋਵੇਗਾ ਤੁਹਾਡਾ ਏ। ਹੁਣ 21ਵੇਂ क्वेश्चन में चलते हैं बेटा। ये तुहाडे कोल आ गया जी पंजाबी विषय का। इन्हां विच अगेतर तो बिना किहड़ा शब्द है बेटा जी? कुशल, पी ऑप्शन है 21वें का। चिट्ठी विच संबंध प्रगटाओ शब्द किहड़ा है? 22वां क्वेश्चन, सी ऑप्शन। तस्बी शब्द किहड़ी भाषा का है? 23वां क्वेश्चन, अरबी भाषा का। 24वां क्वेश्चन, आदम ते हवा कौन सन? संसार दे पहले आदमी ते तीवी। सही भावार्थ अनुसार उत्तर चुनना सीगा बेटा 25वें क्वेश्चन का, तो साडा आंसर आना है जी डी ऑप्शन। इस तो बाद बेटा हिंदी सबजैक्ट तुहाडा शुरू होंदा है। हिंदी का एक पैरा है जिसनूं पढ़ के असीं इसके क्वेश्चन का आंसर देना सीगा। 26 च किया गया है कि कौसानी किस प्रकार का गाफ सी। हुण 26वें क्वेश्चन का आंसर है उपयुक्त सभी। 27वें क्वेश्चन का बेटा जी अपना आंसर आ रहा है समेशर घाटी दे के उत्तर में जो पर्वतमाला है उसके सामने कौन सी घाटी है?
कौसानी की घाटी। लेखक उदासीन क्यों हुआ? जो पैराग्राफ पढ़ के सानू ये पता लगा है क्योंकि उसने उत्थे बर्फ नहीं देखी बेटा, इस करके वो उदासीन हो गया। लेखक कत्यूर की घाटी की ओर गया और वहाँ का सौंदर्य देखकर प्रसन्न हुआ। उस घाटी की निम्नलिखित में से क्या बात मान्य नहीं है? छोटा उजड़ा सा गांव। तो लास्ट क्वेश्चन बेटा जी, किस धरती को देखकर लेखक को लगा कि वहां पर तो जूते उतार कर ही आगे बढ़ना चाहिए? कौसानी की धरती। इस तरह थोड़े 30 क्वेश्चन बेटा कंप्लीट हो गए ने। उम्मीद है तुहानू समझ आए होंगे। मेरे चैनल ਨੂੰ सब्सक्राइब करना ना भूलियो बेटा।